हाँ जी बेटा, नेक्स्ट आ गया देयर आर 3 स्टाइल इन कोचिंग। पहला हैगा जी ए पार्ट ਆਟੋਕ੍ਰੈਟਿਕ, ਲਰਨਰ ਉਹੀ ਕਰਦੇ ਹਨ ਜਿਵੇਂ ਟੀਚਰ ਔਰ ਕੋਚਿਸ ਦੁਆਰਾ ਕਰਨ ਲਈ ਕਿਹਾ ਜਾਂਦਾ ਹੈ। ਬੀ ਹੈਗਾ ਜੀ ਡੈਮੋਕ੍ਰੈਟਿਕ, ਇਸ ਸਟਾਈਲ ਵਿੱਚ ਐਥਲੀਟ ਔਰ ਪਲੇਅਰ ਔਰ ਸਟੂਡੈਂਟ ਨੂੰ ਆਪਣੀ ਡਿਸੀਜਨ ਆਪ ਲੈਣ ਦੀ ਆਗਿਆ ਹੁੰਦੀ ਹੈ ਅਤੇ ਆਪਣੀ ਵਿਲ ਔਰ ਸਟਾਈਲ ਦੇ ਅਕੋਰਡਿੰਗ ਪਰਫਾਰਮ ਕਰਦੇ ਹਨ। ਨੈਕਸਟ ਆ ਗਿਆ ਜੀ ਲੇਜ਼ੀਜ਼ ਫੇਅਰ, ਇਸ ਸਟਾਈਲ ਵਿੱਚ ਗਰੁੱਪ ਨੂੰ ਉਹ ਕਰਨ ਦੀ ਆਗਿਆ ਹੈ ਜੋ ਚਾਹੁੰਦੇ ਹਨ। ਅੱਗੇ ਆ ਗਿਆ ਜੀ ਸਟਾਈਲ ਬਾਰੇ ਡਿਫਰੈਂਟ ਫਿਜ਼ੀਕਲ ਐਜੂਕੇਸ਼ਨ ਦੇ ਡਿਫਰੈਂਟ ਵਿਊ ਹਨ। ਕੁਝ ਕਹਿੰਦੇ ਹਨ ਅਡੈਪਟੇਸ਼ਨ ਰੇਟ, ਐਕਸਰਸਾਈਜ਼ ਦੇ ਸੈਸ਼ਨ, ਵੋਲੀਅਮ, ਇੰਟੈਂਸਿਟੀ ਅਤੇ ਫਰੀਕੁਐਂਸੀ 'ਤੇ ਡਿਪੈਂਡ ਕਰਦੀ ਹੈ, ਜਦੋਂ ਕਿ ਦੂਸਰੇ ਕਹਿੰਦੇ ਹਨ ਅਡੈਪਸ਼ਨ ਟਾਈਮ ਹਾਈ ਇੰਟੈਂਸਿਟੀ ਲਈ ਕੁਇਕਰ ਹੋ ਸਕਦਾ ਹੈ। ਸਪ੍ਰਿੰਟ ਟ੍ਰੇਨਿੰਗ, ਲੋ ਇੰਟੈਂਸਿਟੀ ਐਂਡਿਓਰੈਂਸ ਟ੍ਰੇਨਿੰਗ ਮੁਕਾਬਲੇ ਦੇ ਕੰਪੀਟੀਸ਼ਨ, ਪਰ ਇਹ ਪੀਰੀਅਡ ਦੇ ਲੌਂਗ ਡਿਊਰੇਸ਼ਨ 'ਤੇ ਓਵਰ ਹੈ। 10.5 ਕੰਸੈਪਟ ਐਂਡ ਕਲਾਸੀਫਿਕੇਸ਼ਨ ਆਫ ਡੋਪਿੰਗ। ਮਾਡਰਨ ਟਾਈਮ ਵਿੱਚ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਪਲੇਅਰ ਐਂਡ ਐਥਲੀਟ ਦੁਆਰਾ ਡੋਪ ਦੀ ਵਰਤੋਂ ਕਰਨ ਦੀ ਪ੍ਰਵਿਰਤੀ ਵੱਧ ਰਹੀ ਹੈ। ਇਹ ਫੀਲਡ 'ਤੇ ਬੈਟਰ ਪਰਫਾਰਮ ਕਰਨ ਵਿੱਚ ਹੈਲਪ ਕਰਦਾ ਹੈ। ਕਿਸੇ ਦਿੱਤੇ ਈਵੈਂਟ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਕੁਝ ਐਥਲੀਟ ਇੱਕ ਵੰਡਰ ਡਰੱਗ ਦੀ ਮੰਗ ਕਰਨ ਲਈ ਭਰਮਾਏ ਜਾਂਦੇ ਹਨ, ਜਦੋਂ ਉਹਨਾਂ ਨੂੰ ਦੂਜਿਆਂ ਨਾਲੋਂ ਕੰਪੈਟੀਟਿਵ ਦੇਵੇਗਾ। ਡੋਪਿੰਗ ਦਾ ਮੇਨ ਆਈਡੀਆ ਵਿਅਕਤੀ ਦੀ ਫਿਜ਼ੀਕਲ ਐਂਡ ਮੈਂਟਲ ਪਾਵਰ ਨੂੰ ਇੰਪਰੂਵ ਕਰਨਾ ਹੈ। ਡੋਪਿੰਗ ਨੂੰ ਬਾਡੀ ਵਿੱਚ ਫੋਰਨ ਕੈਮੀਕਲ ਸਬਸਟੈਂਸ ਦੀ ਵਰਤੋਂ ਦੇ ਰੂਪ ਵਿੱਚ ਡਿਫਾਈਨ ਕੀਤਾ ਜਾ ਸਕਦਾ ਹੈ। ਕੰਪੀਟੀਸ਼ਨ ਵਿੱਚ ਪਰਫਾਰਮੈਂਸ ਨੂੰ ਇੰਪਰੂਵਮੈਂਟ ਕਰਨ ਲਈ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਸਾਰੀਆਂ ਡਰੱਗਸ ਔਰ ਡੇਂਜਰਸ ਸਾਈਡ ਇਫੈਕਟਸ ਹੁੰਦੇ ਹਨ। ਡੋਪਿੰਗ ਦੇ ਮੈਥਡ ਔਰ ਸਬਸਟੈਂਸ ਐਥਲੀਟਸ ਦੀ ਹੈਲਥ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਡੇਂਜਰਸ ਹੋ ਸਕਦੇ ਹਨ। ਹੁਣ ਹੈ ਕਿ ਡੋਪਿੰਗ ਬੇਟਾ ਕੀ ਹੁੰਦੀ ਆ, ਕੋਈ ਪਲੇਅਰ ਜਾਂ ਐਥਲੀਟ ਆਪਣੀ ਪਰਫਾਰਮੈਂਸ ਨੂੰ ਵਧਾਉਣ ਲਈ ਕੋਈ ਇਹੋ ਜਿਹੀ ਡਰੱਗਸ ਯੂਜ਼ ਕਰਦਾ ਵਾ ਜਾਂ ਕੋਈ ਕੈਮੀਕਲ ਯੂਜ਼ ਕਰਦਾ ਵਾ, ਉਹਨੂੰ ਕਹਿੰਦੇ ਆ ਡੋਪਿੰਗ। ਅਕੋਰਡਿੰਗ ਟੂ ਇੰਟਰਨੈਸ਼ਨਲ ਓਲੰਪਿਕ ਕਮੇਟੀ, ਡੋਪਿੰਗ ਕਿਸੇ ਅਜਿਹੇ ਮੈਥਡ ਔਰ ਸਬਸਟੈਂਸ ਦੀ ਵਰਤੋਂ ਹੈ ਜੋ ਐਥਲੀਟ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹਿਜ਼ ਐਂਡ ਹਰ ਦੇ ਫੋਲੋ ਕੰਪੀਟੀਟਰ ਨਾਲੋਂ ਅਨਫੇਅਰ ਐਡਵਾਂਟੇਜ ਹਾਸਲ ਕਰਨ ਦੀ ਕੋਸ਼ਿਸ਼ ਵਿੱਚ। ਅਕੋਰਡਿੰਗ ਟੂ ਵਾਡਾ, ਹੁਣ ਬੇਟਾ ਵਾਡਾ ਕੀ ਆ, ਵਾਡਾ ਇੱਕ ਡੋਪਿੰਗ ਏਜੰਸੀ ਆ ਜਿਹਦੇ ਨਾਲ ਜਿਹੜੇ ਡਰੱਗਸ ਕਿਸੇ ਪਲੇਅਰ ਨੇ ਡਰੱਗਸ ਲਈ ਆ ਉਹਨੂੰ ਫੜਦੇ ਆ, ਉਹਦੇ ਟੈਸਟ ਵਗੈਰਾ ਕਰਦੇ ਆ। ਡੋਪਿੰਗ ਨੂੰ ਹੇਠ ਦਿੱਤੇ ਐਂਟੀ ਡੋਪਿੰਗ ਰੂਲ ਦੀ ਵਾਇਓਲੇਸ਼ਨ ਵਿੱਚੋਂ ਵਨ ਔਰ ਮੋਰ ਦੀ ਮੌਜੂਦਗੀ ਵਜੋਂ ਡਿਫਾਈਨ ਕੀਤਾ ਜਾ ਸਕਦਾ ਹੈ। ਪਹਿਲਾ ਇਹਦਾ ਪੁਆਇੰਟ ਹੈਗਾ ਜੀ ਐਥਲੀਟ ਦੇ ਸੈਂਪਲ ਵਿੱਚ ਇੱਕ ਪ੍ਰੋਹਿਬਿਟਡ ਸਬਸਟੈਂਸ ਦੀ ਪ੍ਰੈਜ਼ੈਂਸ, ਮਤਲਬ ਕਿ ਕੋਈ ਇਹੋ ਜਿਹੀ ਚੀਜ਼ ਜਿਹਦੇ ਨਾਲ ਪਰਫਾਰਮੈਂਸ ਵੱਧਦੀ ਹੋਵੇ। ਸੈਕਿੰਡ, ਪ੍ਰੋਹਿਬਿਟਡ ਸਬਸਟੈਂਸ ਔਰ ਮੈਥਡ ਦੀ ਵਰਤੋਂ ਦੀ ਕੋਸ਼ਿਸ਼, ਮਤਲਬ ਕਿ ਇਹੋ ਜਿਹੀ ਚੀਜ਼ ਦੀ ਵਰਤੋਂ ਕਰਨੀ ਜਿਹੜਾ ਮੈਥਡ ਦੀ ਵਰਤੋਂ ਕਰਨੀ। ਤੀਜਾ ਹੈਗਾ ਸੂਚਿਤ ਕੀਤੇ ਜਾਣ ਤੋਂ ਬਾਅਦ ਵੀ ਸੈਂਪਲ ਕਲੈਕਟਿੰਗ ਸਬਮਿਟ ਕਰਨ ਤੋਂ ਇਨਕਾਰ ਕਰਨਾ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਕੁਛ ਲਿਆ, ਉਸ ਤੋਂ ਬਾਅਦ ਜੋ ਸੈਂਪਲ ਦੇਣ ਤੋਂ ਇਨਕਾਰ ਕਰੇ ਤਾਂ। ਫੋਰਥ ਹੈਗਾ ਜੀ ਐਥਲੀਟ ਦੇ ਟਿਕਾਣਿਆਂ ਬਾਰੇ ਜਾਣਕਾਰੀ ਅਤੇ ਮਿਸਡ ਟੈਸਟ ਨੂੰ ਫਾਈਲ ਕਰਨ ਵਿੱਚ ਫੇਲੀਅਰ। ਨੰਬਰ 5, ਡੋਪਿੰਗ ਕੰਟਰੋਲ ਪ੍ਰੋਸੈਸ ਦੇ ਕਿਸੇ ਵੀ ਪਾਰਟ ਨਾਲ ਛੇੜਛਾੜ ਕਰਨੀ। 6th, ਇਹ ਇੱਕ ਪ੍ਰੋਹਿਬਿਟਡ ਸਬਸਟੈਂਸ ਔਰ ਮੈਥਡ ਦਾ ਕਬਜ਼ਾ। 7th ਹੈਗਾ ਜੀ ਕਿਸੇ ਪ੍ਰੋਹਿਬਿਟਡ ਸਬਸਟੈਂਸ ਔਰ ਮੈਥਡ ਦੀ ਟ੍ਰੈਫਿਕਿੰਗ ਕਰਨੀ। ਅਤੇ 8ਵਾਂ ਹੈਗਾ ਜੀ ਕਿਸੇ ਐਥਲੀਟ ਨੂੰ ਪ੍ਰੋਹਿਬਿਟਡ ਸਬਸਟੈਂਸ ਔਰ ਮੈਥਡ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨਾ। ਅੱਗੇ ਹੈਗਾ ਜੀ ਕਲਾਸੀਫਿਕੇਸ਼ਨ ਆਫ ਡੋਪਿੰਗ ਟਾਈਪਸ ਆਫ ਡੋਪਿੰਗ। ਪਹਿਲਾ ਹੈਗਾ ਪਰਫਾਰਮੈਂਸ ਐਨਹਾਂਸਿੰਗ ਸਬਸਟੈਂਸ। ਸੈਕਿੰਡ ਹੈਗਾ ਜੀ ਫਿਜ਼ੀਕਲ ਮੈਥਡਸ। ਪਹਿਲਾ ਆ ਗਿਆ ਜੀ ਪਰਫਾਰਮੈਂਸ ਐਨਹਾਂਸਿੰਗ ਸਬਸਟੈਂਸ। ਪਰਫਾਰਮੈਂਸ ਐਨਹਾਂਸਿੰਗ ਡਰੱਗਸ ਹਿਊਮਨ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਐਕਟੀਵਿਟੀਜ਼ ਪਰਫਾਰਮੈਂਸ ਨੂੰ ਇੰਪਰੂਵ ਕਰਨ ਲਈ ਵਰਤੀਆਂ ਜਾਂਦੀਆਂ ਹਨ। ਫਿਜ਼ੀਕਲ ਪਰਫਾਰਮੈਂਸ ਇੰਪਰੂਵ ਕਰਨ ਵਾਲੀਆਂ ਡਰੱਗ ਐਥਲੀਟ ਨੂੰ ਐਂਡ ਬੋਡੀ ਬਿਲਡਰ ਦੁਆਰਾ ਵਰਤੀਆਂ ਜਾਂਦੀਆਂ ਹਨ। ਇਹਦਾ ਪਹਿਲਾ ਪਾਰਟ ਹੈਗਾ ਸਟਿਮੂਲੈਂਟਸ ਉਹ ਸਬਸਟੈਂਸ ਹੁੰਦੇ ਹਨ ਜੋ ਬ੍ਰੇਨ ਦੇ ਪਾਰਟ ਨੂੰ ਸਪੀਡ ਅਪ ਕਰਨ ਲਈ
ਸੈਂਟਰਲ ਨਰਵਸ ਸਿਸਟਮ 'ਤੇ ਡਾਇਰੈਕਟਲੀ ਕੰਮ ਕਰਦੇ ਹਨ ਅਤੇ ਬੋਡੀ 'ਤੇ। ਐਡਰੇਨਾਲੀਨ ਬੋਡੀ ਵਿੱਚ ਨੈਚੁਰਲੀ ਤੌਰ 'ਤੇ ਪੈਦਾ ਹੋਣ ਵਾਲੇ ਸਟਿਮੂਲੈਂਟ ਦੀ ਇੱਕ ਐਗਜ਼ਾਮਪਲ ਹੈ। ਕੁਝ ਐਥਲੀਟ ਅਲਰਟਨੈਸ ਵਧਾਉਣ ਵਾਸਤੇ ਰਿਡਿਊਸ ਟਾਇਰਡਨੈਸ ਐਂਡ ਉਹਨਾਂ ਦੀ ਕੰਪੀਟੀਟਿਵਨੈਸ ਐਂਡ ਅਗਰੈਸਿਵਨੈਸ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਵਿੱਚ ਸਟਿਮੂਲੈਂਟਸ ਦੀ ਵਰਤੋਂ ਕਰਦੇ ਹਨ। ਸਟਿਮੂਲੈਂਟਸ ਦੀ ਐਗਜ਼ਾਮਪਲ ਐਮਫੈਟਾਮਾਈਨਜ਼ ਹਨ, ਜਿਵੇਂ ਕੋਕੇਨ, ਐਡੀਟਰਾਈਨ ਐਂਡ ਮੈਸੋਕਾਰਬ। ਨੈਕਸਟ ਆ ਗਿਆ ਜੀ ਏ ਪਾਰਟ, ਐਨਾਬੋਲਿਕ ਸਟੀਰਾਇਡਸ। ਹੁਣ ਇਹ ਆ ਗਏ ਸਟੀਰਾਇਡਸ ਕੀ ਹੁੰਦੇ ਆ, ਜਿਹੜੇ ਬੋਡੀ ਬਿਲਡਰ ਤੋਂ ਨਹੀਂ ਲੈਂਦੇ ਕਿ ਸਟੀਰਾਇਡ ਆਫ ਦਾ ਮਸਲ ਸਾਈਜ਼ ਵਧਾਉਣ ਨੂੰ, ਉਹ ਹੁੰਦੇ ਸਟੀਰਾਇਡਸ। ਬੋਡੀ ਬਿਲਡਰ ਐਂਡ ਐਥਲੀਟ ਅਕਸਰ ਮਸਲ ਬਣਾਉਣ ਅਤੇ ਐਥਲੈਟਿਕ ਪਰਫਾਰਮੈਂਸ ਨੂੰ ਇੰਪਰੂਵ ਕਰਨ ਲਈ ਐਨਾਬੋਲਿਕ ਸਟੀਰਾਇਡਸ ਦੀ ਵਰਤੋਂ ਕਰਦੇ ਹਨ। ਉਹ ਮਸਲਸ ਗਰੋਥ ਨੂੰ ਸਟਿਮੂਲੇਟ ਕਰਦੇ ਹਨ ਅਤੇ ਐਥਲੀਟ ਨੂੰ ਹਾਰਡਰ ਟ੍ਰੇਨ ਕਰਨ ਲਈ ਅਤੇ ਤੇਜ਼ੀ ਨਾਲ ਰਿਕਵਰ ਕਰਨ ਲਈ ਇਹ 'ਚ ਹੈਲਪ ਕਰਦੇ ਹਨ। ਮਸਲ ਦੇ ਸਾਈਜ਼ ਅਤੇ ਸਟਰੈਂਥ ਨੂੰ ਇਨਕਰੀਜ਼ ਕਰਕੇ ਉਹ ਸਪੋਰਟਸ ਵਿੱਚ ਪਰਫਾਰਮੈਂਸ ਨੂੰ ਇਨਕਰੀਜ਼ ਕਰਦੇ ਹਨ। ਪਹਿਲਾ ਹੈਗਾ ਜੀ ਡਰੋਸਨੋਲੋਲੋਨ, ਦੂਸਰਾ ਹੈਗਾ ਜੀ ਮੈਟੇਨੋਲੋਨ ਅਤੇ ਤੀਜਾ ਹੈਗਾ ਜੀ ਆਕਸੈਡਰੋਨੋਲੋਨ। ਇਹ ਕਾਮਨ ਐਨਾਬੋਲਿਕ ਸਟੀਰਾਇਡ ਹਨ। ਮਸਲ ਵਿੱਚ ਔਰਲੀ ਔਰ ਇੰਜੈਕਟ ਕੀਤੇ ਜਾਂਦੇ ਹਨ, ਜਾਂ ਤਾਂ ਇਹ ਮੂੰਹ ਔਰਲੀ ਮਤਲਬ ਕਿ ਮੂੰਹ ਦੁਆਰਾ ਕੋਈ ਦਵਾਈ ਲੈ ਕੇ, ਜਾਂ ਇੰਜੈਕਟ ਕੀਤੇ ਜਾਂਦੇ, ਟੀਕਾ ਲਾਇਆ ਜਾਂਦਾ। ਹਾਲਾਂਕਿ ਕੁਝ ਸਕਿਨ ਕਰੀਮ ਔਰ ਜੈਲਸ ਦੇ ਤੌਰ 'ਤੇ ਵੀ ਲਗਾਉਂਦੇ ਹਨ। ਕੁਛ ਇਹੋ ਜਿਹੀਆਂ ਚੀਜ਼ਾਂ ਵਾ ਜਿਹੜੀਆਂ ਆਪਾਂ ਮੂੰਹ ਸਾਰੀ ਬੋਡੀ 'ਤੇ ਕਰੀਮ ਲਗਾ ਲਈ ਜਾਂ ਜੈਲ ਲਗਾ ਲਈ, ਉਹਦੇ ਨਾਲ ਵੀ ਪਰਫਾਰਮੈਂਸ ਵੱਧ ਜਾਂਦੀ ਆ। ਸੀ ਪਾਰਟ ਹੈਗਾ ਜੀ ਪੈਪਟਾਈਕ ਹਾਰਮੋਨਸ। ਪੈਪਟਾਈਡ ਹਾਰਮੋਨ ਉਹ ਸਬਸਟਾਂਸ ਹੁੰਦੇ ਹਨ ਜੋ ਬੋਡੀ ਵਿਚਲੀਆਂ ਗਲੈਂਡਸ ਦੁਆਰਾ ਪ੍ਰੋਡਿਊਸ ਕੀਤੇ ਜਾਂਦੇ ਹਨ। ਬਲੱਡ ਸਰਕੂਲੇਸ਼ਨ ਦੁਆਰਾ ਉਹ ਅਦਰ ਔਰਗਨਸ ਐਂਡ ਟਿਸ਼ੂ ਨੂੰ ਅਫੈਕਟ ਕਰ ਸਕਦੇ ਹਨ। ਬੋਡੀ ਫੰਕਸ਼ਨਸ ਨੂੰ ਚੇਂਜ ਕਰਕੇ ਪੈਪਟਾਈਡ ਹਾਰਮੋਨ ਬੈਨ ਕੀਤੇ ਗਏ ਹਨ, ਕਿਉਂਕਿ ਉਹ ਵੱਖ-ਵੱਖ ਔਰਗਨਸ ਦੇ ਵਿਚਕਾਰ ਮੈਸੇਂਜਰ ਵਜੋਂ ਸਰਵ ਕਰਦੇ ਹਨ, ਜੋ ਬੋਡੀ ਦੇ ਕਈ ਫੰਕਸ਼ਨਸ ਨੂੰ ਸਟਿਮੂਲੇਟ ਕਰਦੇ ਹਨ, ਜਿਵੇਂ ਗਰੋਥ, ਬਿਹੇਵੀਅਰ, ਸੈਂਸਿਟੀਵਿਟੀ ਔਰ ਪੇਨ। ਪੈਪਟਾਈਡ ਹਾਰਮੋਨ ਨੂੰ ਹਿਊਮਨ ਬੋਡੀ 'ਤੇ ਪੈਣ ਵਾਲੇ ਇਫੈਕਟ ਦੇ ਕਾਰਨ ਕੰਪੀਟੀਸ਼ਨ ਦੇ ਅੰਦਰ ਅਤੇ ਬਾਹਰ ਰੋਕ ਲਗਾ ਦਿੱਤੀ ਗਈ ਹੈ, ਜਿਵੇਂ ਕਿ ਇਨਸੂਲਿਨ। ਅੱਗੇ ਜੀ ਡੀ ਪਾਰਟ ਹੈਗਾ ਜੀ ਬੀਟਾ-2 ਐਗਨੋਸਿਸਟ। ਬੀਟਾ-2 ਐਗਨੋਸਿਸਟ ਡਾਇਲੇਟਰ ਹੁੰਦੇ ਹਨ। ਬੀਟਾ-2 ਐਗੋਨਿਸਟਾਂ ਦੇ ਇਨਹੇਲਿੰਗ ਫਰੋਮ, ਜਿਵੇਂ ਕਿ ਹੈ ਸਾਲਮੀਟਰੋਲ, ਸੈਲਾਬੂਟਾਮੋਲ, ਫਾਰਮੋਟਰੋਲ ਅਤੇ ਟੈਰਬੂਟਾਲੀਨ। ਇਹ ਅਸਥਮਾ ਐਂਡ ਐਕਸਰਸਾਈਜ਼ ਇੰਡਿਊਸ ਬ੍ਰੈਂਚੋਸਪੈਸਮ ਦੇ ਟ੍ਰੀਟਮੈਂਟ ਲਈ ਵਰਤੇ ਜਾਂਦੇ ਹਨ। ਇੰਜੈਕਟ ਕੀਤੇ ਫਾਰਮ ਸਭ ਤੋਂ ਕਾਮਨ ਹੈ, ਮਤਲਬ ਕਿ ਇਹਦੇ ਦਾ ਇੰਜੈਕਸ਼ਨ ਲਗਾਉਂਦੇ ਸਭ ਤੋਂ ਜ਼ਿਆਦਾ। ਪ੍ਰੀ ਮੈਚਿਓਰ ਲੇਬਰ ਦੀ ਰੋਕਥਾਮ ਲਈ ਵਰਤੇ ਜਾਂਦੇ ਹਨ, ਕਿਉਂਕਿ ਉਹ ਸਮੂਥ ਮਸਲ ਨੂੰ ਰਿਲੈਕਸ ਕਰਨ ਲਈ ਕੰਮ ਕਰਦੇ ਹਨ। ਯੂਟਰਸ ਐਂਡ ਇਸ ਲਈ ਕੰਟਰੈਕਸ਼ਨ ਨੂੰ ਰੋਕਦੇ ਹਨ। ਅਸਥਮਾ ਦੇ ਟ੍ਰੀਟਮੈਂਟ ਲਈ ਵਰਤੇ ਜਾਂਦੇ ਇਨਹੇਲਡ ਫਾਰਮ ਐਂਡ ਐਕਸਟਰਸਾਈਜ਼ ਬ੍ਰੌਸਪੈਜ਼ਮ ਦੀ ਪਰਫਾਰਮੈਂਸ ਵਧਾਉਣ ਵਾਲਾ ਇਫੈਕਟ ਹੁੰਦਾ ਹੈ ਅਤੇ ਇਸ ਲਈ ਵਾਡਾ ਦੁਆਰਾ ਵਰਤੋਂ ਦੀ ਆਗਿਆ ਹੈ, ਜਦੋਂ ਇੰਜੈਕਸ਼ਨ ਔਰ ਟੈਬਲੇਟ ਦੇ ਰੂਪ ਵਿੱਚ ਚਲਾਈਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਐਨਾਬੋਲਿਕ ਇਫੈਕਟ ਹੋਣ ਬਾਰੇ ਸੋਚਿਆ ਜਾਂਦਾ ਹੈ ਅਤੇ ਇਸ ਲਈ ਉਹਨਾਂ ਦੀ ਵਰਤੋਂ ਦੀ ਮਨਾਹੀ ਹੈ। ਈ ਪਾਰਟ ਹੈਗਾ ਜੀ ਨਾਰਕੋਟਿਕ। ਹੁਣ ਨਾਰਕੋਟਿਕ ਕੀ ਹੁੰਦਾ ਬੇਟਾ, ਆਪਾਂ ਕੋਈ ਵੀ ਡਰੱਗਸ ਲੈਂਦੇ ਹਾਂ, ਕੋਕੀਨ, ਹੀਰੋਇਨ ਜਾਂ ਕੋਈ ਅਫੀਮ ਲੈਂਦਾ, ਕੋਈ ਕੁਛ ਵੀ ਲੈਂਦਾ ਵਾ, ਉਹ ਨਾਰਕੋਟਿਕਸ 'ਚ ਆ ਜਾਂਦੇ ਆ। ਲੰਬੇ ਸਮੇਂ ਲਈ ਟ੍ਰੇਨ ਕਰਨ ਲਈ ਔਰ ਇੰਜਰਡ ਹੋਣ 'ਤੇ ਵੀ ਐਥਲੀਟਸ ਨਾਰਕੋਟਿਕਸ ਸਬਸਟੈਂਸ ਲੈ ਸਕਦੇ ਹਨ, ਜੋ ਉਹਨਾਂ ਦੇ ਪੇਨ ਨੂੰ ਸਹਿਣ ਕਰਨ ਵਿੱਚ ਹੈਲਪ ਕਰਦੇ ਹਨ। ਬੈਂਡ ਨਾਰਕੋਟਿਕਸ ਫੋਰ ਐਗਜ਼ਾਮਪਲ ਮੋਰਫਿਨ, ਹੀਰੋਇਨ ਬਦਲਣ ਵਾਲੇ ਮੈਥਾਡੋਨ ਅਤੇ ਪੇਨ ਕਿਲਰ ਕੋਡੀਨ। ਉਹ ਖਤਰਨਾਕ ਹੋ ਸਕਦੇ ਹਨ ਕਿਉਂਕਿ ਐਥਲੀਟ ਟ੍ਰੇਨ ਜਾਰੀ ਰੱਖਣ ਨਾਲ ਇੰਜਰੀ ਹੋ ਸਕਦੀ ਹੈ ਅਤੇ ਨਾਰਕੋਟਿਕ ਮੀਨਸ ਨੀਂਦ ਲਿਆਉਣਾ ਐਥਲੀਟ ਦੇ ਮੈਂਟਲ ਫੰਕਸ਼ਨਿੰਗ ਨੂੰ ਵਿਗਾੜ ਸਕਦਾ ਹੈ ਅਤੇ ਉਹ ਪੋਟੈਂਸ਼ੀਅਲੀ ਐਡਿਕਟ ਹੁੰਦੇ ਹਨ। ਅੱਗੇ ਆ ਗਿਆ ਜੀ ਡਿਊਰੇਟਿਕਸ, ਜਿਸ ਨੂੰ ਕਈ ਵਾਰ ਵਾਟਰ ਪਿਲਸ ਕਿਹਾ ਜਾਂਦਾ ਹੈ। ਡਿਊਰੇਟਿਕ ਡਰੱਗ ਹਨ, ਜਿਵੇਂ ਕਿ ਫਿਊਰੋਸਾਈਮਾਈਡ, ਕਲੋਰੋਥੀਆਜ਼ਾਈਡ
ਐਂਡ ਹਾਈਡਰੋਕਲੋਰੋਥਿਆਜ਼ਾਈਡ। ਇਹਨਾਂ ਦਾ ਪਰਪਸ ਬੋਡੀ ਵਿੱਚੋਂ ਐਕਸੈਸ ਵਾਟਰ ਨੂੰ ਰਿਮੂਵ ਕਰਨਾ ਹੈ। ਹਾਲਾਂਕਿ ਹਰ ਟਾਈਪ ਦੇ ਡਿਊਰੇਟਿਕਸ ਵਿੱਚ ਵੱਖਰੇ ਵੱਖਰੇ ਵੇਜ਼ ਨਾਲ ਕੰਮ ਕਰਦੇ ਹਨ। ਡਿਊਰੇਟਿਕਸ ਦੀ ਵਰਤੋਂ ਪਰਫਾਰਮੈਂਸ ਵਧਾਉਣ ਲਈ ਨਹੀਂ ਕੀਤੀ ਜਾਂਦੀ। ਉਹਨਾਂ ਦੇ ਪਰਫਾਰਮੈਂਸ 'ਤੇ ਨੁਕਸਾਨਦੇਹ ਇਫੈਕਟ ਪੈਂਦੇ ਹਨ ਕਿਉਂਕਿ ਉਹ ਡੀਹਾਈਡਰੇਸ਼ਨ ਦੇ ਕਾਰਨ ਬਣਦੇ ਹਨ। ਡਿਊਰੇਟਿਕਸ ਦੀ ਵਰਤੋਂ 2 ਰੀਜ਼ਨ ਕਰਕੇ ਕੀਤੀ ਜਾਂਦੀ ਹੈ। ਪਹਿਲਾ, ਤੇਜ਼ੀ ਨਾਲ ਵੇਟ ਲੂਜ਼ ਕਰਨਾ। ਸਪੋਰਟਸ ਵਿੱਚ ਜਿਨ੍ਹਾਂ ਐਥਲੀਟ ਨੂੰ ਵੇਟ ਲਿਮਟ ਦੇ ਅੰਦਰ ਹੋਣਾ ਚਾਹੀਦਾ ਹੈ, ਫੋਰ ਐਗਜ਼ਾਮਪਲ ਬਾਕਸਰ, ਜੌਕੀਜ਼। ਸੈਕੰਡਲੀ, ਇਲੀਗਲ ਸਬਸਟੈਂਸ ਦੀ ਮੌਜੂਦਗੀ ਵਿੱਚ ਡਿਲਿਊਟ ਕਰਨਾ ਉਹਨਾਂ ਦੇ ਨਿਕਾਸ ਵਿੱਚ ਸਹਾਇਤਾ ਕਰਦਾ ਹੈ। ਨੰਬਰ ਜੀ ਹੈਗਾ ਜੀ ਕੈਨਾਬਿਨੋਇਡ। ਕੈਨਾਬਿਨੋਇਡਸ ਇੱਕ ਕੰਪਾਊਂਡ ਹੈ ਜੋ ਮੈਰੀਜੁਆਨਾ ਪਲਾਂਟ ਵਿੱਚ ਹੁੰਦਾ ਹੈ। ਇਸ ਦੇ ਪ੍ਰੋਡਕਟਸ ਹਨ। ਕੈਨਾਬਿਨੋਇਡਸ ਕੰਪਾਊਂਡ ਵਿੱਚ ਇੱਕ ਸਬਸਟੈਂਸ ਹੁੰਦਾ ਹੈ ਜਿਸ ਨੂੰ THC ਕਿਹਾ ਜਾਂਦਾ ਹੈ, ਜਿਸ ਵਿੱਚ ਸਾਈਕੋਐਕਟਿਵ ਪ੍ਰੋਪਰਟੀਜ਼ ਹੁੰਦੀਆਂ ਹਨ। ਲੰਗਸ ਦੇ THC ਦਾ ਫਾਸਟ ਅਬਜ਼ੌਰਪਸ਼ਨ ਰੇਟ ਦੇ ਕਾਰਨ ਕੈਨਾਬਿਨੋਇਡਸ ਦੀ ਤੇਜ਼ੀ ਨਾਲ ਸ਼ੁਰੂਆਤ ਹੁੰਦੀ ਹੈ। ਸੈਂਟਰਲ ਨਰਵਸ ਸਿਸਟਮ ਤੋਂ ਇਫੈਕਟ 4 ਤੋਂ 6 ਘੰਟਿਆਂ ਦੀ ਡਿਊਰੇਸ਼ਨ ਦੇ ਨਾਲ 20 ਮਿੰਟ ਦੇ ਅੰਦਰ ਸਪਸ਼ਟ ਹੁੰਦਾ ਹੈ। ਵਰਤੋਂ ਤੋਂ ਬਾਅਦ 1 ਵੀਕ ਤੱਕ ਕੈਨਾਬਿਨੋਇਡਸ ਨੂੰ ਕਦੇ-ਕਦਾਈ ਯੂਜ਼ਰ ਦੇ ਯੂਰਿਨ ਵਿੱਚ ਡਿਟੈਕਟ ਕੀਤਾ ਜਾ ਸਕਦਾ ਹੈ ਅਤੇ ਰੈਗੂਲਰ ਯੂਜ਼ਰ ਲਈ ਬਹੁਤ ਲੰਬਾ ਸਮਾਂ ਪਤਾ ਲਗਾਇਆ ਜਾ ਸਕਦਾ ਹੈ। ਲੰਬੇ ਸਮੇਂ ਤੱਕ ਵਰਤੋਂ ਨਾਲ ਮੋਟੀਵੇਸ਼ਨਲ ਸਿੰਡਰੋਮ ਦਾ ਕਾਰਨ ਬਣਦਾ ਹੈ, ਜਿਸ ਨਾਲ ਯੂਜ਼ਰ ਨੂੰ ਫੋਕਸ ਕਰਨ ਵਿੱਚ ਪ੍ਰੋਬਲਮ ਆਉਂਦੀ ਹੈ।